ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਚਰਨ ਸ਼ਰਨ ਚੱਲ ਜਗਤ ਚੱਲ ਆਵਈ। ਸਤਿਗੁਰ ਆਗਿਆ ਸਤ ਸਤ ਕਰ ਮਾਨੇ ਸਿੱਖ, ਆਗਿਆ ਤਾਹੀ ਸਗਲ ਸੰਸਾਰੀ ਹਿਤਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੀ, ਤਾਂ ਕੀ ਸੀਖ ਸੁਣਤ ਪਰਮ ਪਦ ਪਾਵਈ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੱਦੀ ਤੇ ਵਿਰਾਜਮਾਨ ਸਬਦ ਗੁਰੂ ਚਵਰ ਛਤਰ ਤਖਤ ਦੇ ਮਾਲਿਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਦਲੀਪ ਸਿੰਘ ਜੀ, ਤਿੰਨਾਂ ਦੀ ਸਾਲਾਨਾ ਬਰਸੀ ਦੇ ਉਪਲਕਸ਼ ਦੇ ਅੰਦਰ ਆਪਾਂ ਜੁੜ ਬੈਠੇ ਹਾਂ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਆਪ ਜੀ ਨੇ ਕੀਰਤਨ ਸਰਵਣ ਕਰਕੇ ਆਨੰਦ ਲਾਹੇ ਪ੍ਰਾਪਤ ਕੀਤੇ ਹਨ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਾਈਏ ਸੀਸ। ਗੁਰੂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਨਿਤਾ ਪ੍ਰਤੀ ਅਸੀਂ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਹ ਬਚਨ ਪੜ੍ਹਦੇ ਹਾਂ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਇਹ ਤੈਨੂੰ ਮਨੁੱਖਾ ਦੇ ਹੀ ਪ੍ਰਾਪਤ ਹੋਈ ਏ, ਉਸ ਪਰਮੇਸ਼ਰ ਦੇ ਦੀਦਾਰ ਕਰਨ ਲਈ, ਉਸ ਪਰਮੇਸ਼ਰ ਦੇ ਮਿਲਾਪ ਦੇ ਲਈ। ਪਰ ਇਹ ਦੇਹੀ ਸੌਖੀ ਨਹੀਂ ਮਿਲੀ। ਗੁਰਬਾਣੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਖਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਭਗਤ ਕਬੀਰ ਸਾਹਿਬ ਕਿਰਪਾ ਕਰਦੇ ਨੇ। ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਐਸੇ ਕਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਚਨ। ਪਸ਼ੂ ਪੰਛੀ ਸੈਲ ਤਰਵਰ ਗਣਤ ਕਛੂ ਨਾ ਆਵੇ, ਬੀਜ ਬੋਵਸ ਭੋਗ ਭੋਗੇ ਕੀਆ ਆਪਣਾ ਪਾਵੇ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਕਹਿੰਦੇ ਕਈ ਵਾਰ ਇਹ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਪਸ਼ੂ ਬਣਿਆ, ਫਿਰ ਪੰਛੀ ਬਣਿਆ, ਫਿਰ ਸੈਲ ਪਹਾੜ ਬਣਿਆ, ਫਿਰ ਦਰਖਤ ਦੀ ਜੂਨ ਵਿੱਚ ਪਿਆ। ਫਿਰ ਉਸ ਪਰਮੇਸ਼ਰ ਵਾਹਿਗੁਰੂ ਸਾਹਿਬ ਨੇ ਭਈ ਪ੍ਰਾਪਤ ਮਾਨਕ ਦੇ ਖੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਦੇ ਵਿੱਚ ਬੜੇ ਪਿਆਰੇ ਬਚਨ ਕਰਦੇ ਨੇ। ਚਿਰੰਕਾਲ ਮਾਨਸ ਜਨਮ ਨਿਰਮੂਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ।
ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਕਹਿੰਦੇ ਇਹ ਦੇਹੀ ਚਿਰੰਕਾਲ ਤੈਨੂੰ ਲੰਮੇ ਸਮੇਂ ਤੋਂ ਬਾਅਦ ਮਿਲੀ, ਪਰ ਇਹ ਸਫਲ ਕਿਵੇਂ ਹੋਵੇਗੀ? ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ। ਕਹਿੰਦੇ ਇਹ ਗੁਰੂ ਦੀ ਸ਼ਰਨ ਵਿੱਚ ਆ ਕੇ ਸਫਲ ਹੋ ਜਾਵੇਗੀ। ਕਿਵੇਂ? ਨੇਤਰ ਅਮੋਲ ਗੁਰ ਦਰਸ ਅਮੋਲ ਦੇਖੈ। ਕਹਿੰਦੇ ਆ ਅੱਖਾਂ ਤੈਨੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਹਿਬ ਨੇ ਦਿੱਤੀਆਂ ਨੇ, ਇਹ ਉਦੋਂ ਅਮੋਲਕ ਹੁੰਦੀਆਂ ਨੇ, ਇਹਨਾਂ ਦੀ ਕੀਮਤ ਉਦੋਂ ਕੋਈ ਨਹੀਂ ਪਾ ਸਕਦਾ ਜਦੋਂ ਇਹ ਅੱਖਾਂ ਜਿਹੜੀਆਂ ਨੇ ਇਹ ਸਤਿਗੁਰਾਂ ਤੇ ਦਰਸ਼ਨ ਕਰਨ ਲੱਗ ਪੈਂਦੀਆਂ ਨੇ। ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਨੇਤਰ ਅਮੋਲ ਗੁਰ ਦਰਸ ਅਮੋਲ ਦੇਖੈ। ਕਹਿੰਦੇ ਅੱਖਾਂ ਉਦੋਂ ਅਮੋਲਕ ਹੁੰਦੀਆਂ ਨੇ ਜਦੋਂ ਇਹ ਅੱਖਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲੱਗ ਪੈਂਦੀਆਂ ਨੇ। ਨੇਤਰ ਅਮੋਲ ਗੁਰ ਦਰਸ ਅਮੋਲ ਦੇਖੈ, ਸ਼ਰਾਵਣ ਅਮੋਲ ਗੁਰ ਬਚਨ ਧਰਨ ਕੈ। ਕਹਿੰਦੇ ਕੰਨ ਉਦੋਂ ਅਮੋਲਕ ਹੁੰਦੇ ਨੇ ਜਦੋਂ ਇਹ ਕੰਨ ਗੁਰੂ ਕੀ ਬਾਣੀ ਸੁਣਨੀ ਸ਼ੁਰੂ ਕਰ ਦਿੰਦੇ ਨੇ। ਸਤਿਗੁਰੂ ਜੀ ਦੀ ਬਾਣੀ ਵਿੱਚ ਬਚਨ ਪੜ੍ਹਦੇ ਆ, ਗੱਗਾ ਗੁਰ ਕਾ ਬਚਨ ਪਛਾਨਾ, ਦੂਜੀ ਬਾਤ ਨਾ ਧਰੇ ਕਾਨਾ। ਅੱਗੇ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਕਹਿੰਦੇ ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ। ਕਹਿੰਦੇ ਸਾਡੀਆਂ ਨਾਸਕਾਂ ਨੱਕ ਸਾਡਾ ਉਦੋਂ ਅਮੋਲਕ ਹੁੰਦਾ ਏ ਜਦੋਂ ਇਹ ਪਰਮੇਸ਼ਰ ਦੇ ਚਰਨਾਂ ਦੀ ਸੁਗੰਧੀ ਲੈਣ ਲੱਗ ਪੈਂਦਾ ਹੈ। ਅਗਲਾ ਬਚਨ ਕੀਤਾ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ। ਕਹਿੰਦੇ ਇਹ ਰਸਨਾ ਇਹ ਜ਼ੁਬਾਨ ਉਦੋਂ ਅਮੋਲਕ ਹੁੰਦੀ ਜਦੋਂ ਇਹ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੰਦੀ ਏ। ਸਤਿਗੁਰੂ ਜੀ ਗੁਰਬਾਣੀ ਵਿੱਚ ਕਿਰਪਾ ਕਰਦੇ ਨੇ, ਮਹਾਰਾਜ ਕਹਿੰਦੇ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਐ। ਕਹਿੰਦੇ ਜੇ ਇਹ ਰਸਨਾ ਪਰਮੇਸ਼ਰ ਦਾ ਨਾਮ ਨਹੀਂ ਜਪਦੀ, ਇਸ ਨੂੰ ਤਿਲ ਤਿਲ ਕਰਕੇ ਰੱਤੀ ਰੱਤੀ ਕਰਕੇ ਕੱਟ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਹੋਰ ਕਿਰਪਾ ਕਰਦੇ ਨੇ, ਕਹਿੰਦੇ ਜੋ ਪੈ ਰਸਨਾ RAM ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਕਹਿੰਦੇ ਜਿਹੜੇ ਇਸ ਜ਼ਬਾਨ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜੋ ਪੈ ਰਸਨਾ RAM ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਕਹਿੰਦੇ ਉਹ ਜੰਮਦਿਆਂ ਵੀ ਰੋਂਦੇ ਨੇ ਤੇ ਮਰਦਿਆਂ ਵੀ ਰੋਂਦੇ ਨੇ, ਕਿਉਂਕਿ ਇਹ ਸੰਸਾਰ ਦੇ ਵਿੱਚ ਮਹਾਂਪੁਰਖ ਆਉਂਦੇ ਨੇ, ਉਹ ਪਰਮੇਸ਼ਰ ਦਾ ਨਾਮ ਜਪਦੇ ਨੇ, ਆਪ ਜਪਦੇ ਨੇ, ਹੋਰਾਂ ਨੂੰ ਜਪਾਉਂਦੇ ਨੇ। ਰੋਜ਼ ਬਾਣੀ ਵਿੱਚ ਪੜ੍ਹਦੇ ਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਹ ਨਾਮ ਜਪਾਵੇ। ਜਿਹੜੇ ਆਪ ਜਪਦੇ ਨੇ, ਹੋਰਾਂ ਨੂੰ ਜਪਾਉਂਦੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਦਰਬਾਰ ਲੱਗਾ ਹੋਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੂੰ ਨਾਮ ਦੀ ਮਹਿਮਾ ਸਿਖਾਉਂਦੇ ਨੇ ਕਿ ਨਾਮ ਦੀ ਮਹਿਮਾ ਕੀ ਹੈ। ਗੁਰੂ ਕੇ ਸਿੱਖਾਂ ਨੂੰ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਪਿਆਰਿਓ ਜੇ ਇਸ ਭਵਜਲ ਤੋਂ ਪਾਰ ਹੋਣਾ ਹੈ ਤੇ ਪਰਮੇਸ਼ਰ ਦਾ ਨਾਮ ਜਪਿਆ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਮਰਨ ਤੋਂ ਬਾਅਦ ਵੀ ਅਸੀਂ ਜਿਉਂਦੇ ਰਹੀਏ, ਫਿਰ ਇਸ ਰਸਨਾ ਦੇ ਨਾਲ ਨਾਮ ਜਪਿਆ ਕਰੋ। ਗੁਰੂ ਕੇ ਸਿੱਖਾਂ ਨੇ ਜਦੋਂ ਇਸ ਬੇਨਤੀ ਨੂੰ ਪ੍ਰਵਾਨ ਕੀਤਾ, ਬਚਨ ਹਿਰਦੇ ਵਿੱਚ ਧਾਰਨ ਕੀਤਾ, ਸਤਿਗੁਰਾਂ ਨੇ ਫਿਰ ਬਚਨ ਕੀਤਾ, ਕਹਿੰਦੇ ਪਿਆਰਿਓ ਇਸ ਭਵਜਲ ਦੇ ਅੰਦਰ ਭਗਤ ਕਬੀਰ ਸਾਹਿਬ ਨੂੰ ਕਿਹੜਾ ਕਿਹੜਾ ਜਾਣਦਾ ਹੈ? ਤੇ ਸਾਰਿਆਂ ਨੇ ਆਖਿਆ ਮਹਾਰਾਜ ਅਸੀਂ ਸਾਰੇ ਜਾਣਦੇ ਹਾਂ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਇਸ ਭਵਜਲ ਦੇ ਵਿੱਚ ਆ ਕੇ ਨਾਮ ਜਪਣਾ ਕੀਤਾ ਹੈ, ਆਪਣੀ ਕੁਲ ਨੂੰ ਉੱਚਾ ਕੀਤਾ ਹੈ, ਆਪਣੇ ਵਰਨ ਨੂੰ ਉੱਚਾ ਕੀਤਾ ਹੈ। ਜਦੋਂ ਇਹ ਬਚਨ ਕੀਤੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਸਿੱਖੋ ਫਿਰ ਇਹ ਦੱਸਣਾ ਕਰੋ ਕਿ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇਸ ਭਵਜਲ ਦੇ ਵਿੱਚ ਨਾਮ ਜਪਣਾ ਕੀਤਾ ਹੈ, ਉਸ ਸਮੇਂ ਇੱਥੇ ਰਾਜਾ ਕਿਹੜਾ ਸੀ? ਗੁਰੂ ਕੇ ਸਿੱਖ ਜਿਹੜੇ ਆਗੂ ਸੀ, ਪਹਿਲੇ ਗੁਰੂ ਕੇ ਸਿੱਖ ਨੇ ਬਚਨ ਕੀਤਾ ਮਹਾਰਾਜ ਉਸ ਸਮੇਂ ਹਮਾਯੂ ਰਾਜਾ ਸੀ। ਦੂਜੇ ਨੇ ਬਚਨ ਕੀਤਾ ਮਹਾਰਾਜ ਨਹੀਂ, ਉਸ ਸਮੇਂ ਪਥੋਰਾ ਰਾਉ ਰਾਜਾ ਸੀ। ਤੀਸਰੇ ਨੇ ਬਚਨ ਕੀਤਾ ਮਹਾਰਾਜ ਉਸ ਸਮੇਂ ਸਿਕੰਦਰ ਰਾਜਾ ਸੀ। ਚੌਥੇ ਨੇ ਬਚਨ ਕੀਤਾ ਮਹਾਰਾਜ ਨਹੀਂ, ਉਸ ਸਮੇਂ ਮਦਨਪਾਲ ਰਾਜਾ ਸੀ। ਪੰਜਵੇਂ ਨੇ ਬਚਨ ਕੀਤਾ ਮਹਾਰਾਜ ਉਸ ਸਮੇਂ ਜਾਨੀਨ ਰਾਜਾ ਸੀ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਤੇ ਹੱਸ ਪਏ। ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਵੱਲ ਦੇਖ ਕੇ ਹੱਸੇ ਕਿਉਂ ਹੋ? ਜੇ ਸਾਨੂੰ ਪਤਾ ਨਹੀਂ ਤੇ ਆਪ ਹੀ ਦੱਸਣਾ ਕਰੋ ਕਿ ਉਸ ਸਮੇਂ ਰਾਜਾ ਕਿਹੜਾ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਅਪੜ ਕੋਏ ਨਾ ਸਾਕਾਈ ਹਰ ਜਨ ਹੈ ਉੱਚੇ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਹਰੀ ਦੇ ਜਨ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੋਵੇ, ਕਹਿੰਦੇ ਉਹ ਸੰਸਾਰ ਦੇ ਵਿੱਚ ਉੱਚੇ ਹੁੰਦੇ ਨੇ। ਅਪੜ ਕੋਏ ਨਾ ਸਾਕਾਈ ਹਰ ਜਨ ਹੈ ਉੱਚੇ, ਜਾਤ ਵਰਨ ਪਾਤ ਸ਼ਾਹੀਆਂ ਸਭ ਹੂ ਰਹਿ ਨੀਚੇ। ਕਹਿੰਦੇ ਇਸ ਸੰਸਾਰ ਦੇ ਵਿੱਚ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸਭ ਨਾਲੋਂ ਉੱਚੇ ਹੁੰਦੇ ਨੇ। ਅਗਲਾ ਬਚਨ ਕੀਤਾ, ਕਹਿੰਦੇ ਇਸ ਸੰਸਾਰ ਦੇ ਵਿੱਚ ਜਦੋਂ ਭਗਤ ਕਬੀਰ ਸਾਹਿਬ ਨੇ ਆ ਕੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ, ਬਚਨ ਕੀਤਾ ਦੇਖੋ ਮਹਿਮਾ ਨਾਮ ਕੀ ਜਪ ਜਪਿਓ ਜੁਲਾਹੇ, ਪੰਡਤ ਵੈਦ ਸੋ ਜੋਤ ਕੀ ਸਾਹੋ ਸੋ ਪਤ ਸਾਹੇ। ਕਹਿੰਦੇ ਜਿਸ ਵੇਲੇ ਇਸ ਸੰਸਾਰ ਦੇ ਵਿੱਚ ਭਗਤ ਕਬੀਰ ਸਾਹਿਬ ਨੇ ਨਾਮ ਜਪਣਾ ਕੀਤਾ ਨਾ, ਕਹਿੰਦੇ ਨਾਮ ਦੀ ਮਹਿਮਾ ਦੇਖੀਏ। ਅਸੀਂ ਸਾਰੇ ਭਗਤ ਕਬੀਰ ਸਾਹਿਬ ਨੂੰ ਜਾਣਦੇ ਹਾਂ, ਪਰ ਉਸ ਸਮੇਂ ਪੰਡਤ ਵੀ ਬੜੇ ਹੋਏ ਨੇ, ਵੱਡੇ ਵੱਡੇ ਪੰਡਤ ਹੋਏ ਨੇ, ਵੱਡੇ ਵੱਡੇ ਜੋਤਸ਼ੀ ਹੋਏ ਨੇ, ਵੱਡੇ ਵੱਡੇ ਗਿਆਨਵਾਨ ਹੋਏ ਨੇ, ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ। ਬਚਨ ਕੀਤਾ ਦੇਖੋ ਮਹਿਮਾ ਨਾਮ ਕੀ ਜਪ ਜਪਿਓ ਜੁਲਾਹੇ, ਪੰਡਤ ਵੈਦ ਸੋ ਜੋਤ ਕੀ ਸਾਹੋ ਸੋ ਪਤ ਸਾਹੇ। ਪਏ ਹਜ਼ਾਰੋਂ ਜਾਨੀਏ ਪਰ ਜਾਏ ਨਾ ਜਾਣੇ, ਨਾਮ ਪ੍ਰਤਾਪ ਕਬੀਰ ਕੋ ਜਾਣੇ ਸਭ ਗਿਆਨੇ। ਕਹਿੰਦੇ ਇਸ ਸੰਸਾਰ ਦੇ ਵਿੱਚ ਪਏ ਹਜ਼ਾਰੋਂ ਜਾਨੀਏ, ਕਹਿੰਦੇ ਬਹੁਤ ਹੋਏ ਨੇ ਪਰ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ। ਸਾਰੇ ਭਗਤ ਕਬੀਰ ਸਾਹਿਬ ਨੂੰ ਜਾਣਦੇ ਨੇ। ਪਏ ਹਜ਼ਾਰੋਂ ਜਾਨੀਏ ਪਰ ਜਾਏ ਨਾ ਜਾਣੇ, ਨਾਮ ਪ੍ਰਤਾਪ ਕਬੀਰ ਕੋ ਜਾਣੇ ਸਭ ਗਿਆਨੇ। ਅਗਲਾ ਬਚਨ ਕੀਤਾ ਸਿਮਰਿਓ ਜਬ ਸਤਨਾਮ ਕੋ ਪਾ ਭਗਤ ਕਬੀਰੰ, ਸਾਹੋ ਸਿਕੰਦਰ ਤਬ ਹੁਤੋ ਜਿਹ ਤੇਜ ਗਹੀਰੰ। ਕਹਿੰਦੇ ਜਦੋਂ ਭਗਤ ਕਬੀਰ ਸਾਹਿਬ ਨੇ ਨਾਮ ਜਪਿਆ ਨਾ, ਗੁਰੂ ਕੇ ਸੁਖੋ ਉਸ ਵੇਲੇ ਇਸ ਸੰਸਾਰ ਦੇ ਵਿੱਚ ਇਸ ਭਵਜਲ ਦੇ ਅੰਦਰ ਸਿਕੰਦਰ ਰਾਜਾ ਸੀ। ਸਿਮਰਿਓ ਜਬ ਸਤਨਾਮ ਕੋ ਪਾ ਭਗਤ ਕਬੀਰੰ, ਸਾਹੋ ਸਿਕੰਦਰ ਤਬ ਖੁਤੋ ਜੇ ਤੇਜ ਗਹੀਰੰ। ਤੇ ਅਗਲਾ ਬਚਨ ਕੀਤਾ ਗਰਜਿਓ ਗਰਜਤ ਜੀਤਿਓ ਜਗਤ ਕੋ ਸਗਰੋ ਖਿੰਦਵਾਨਾ, ਅਜਮਤ ਤਾਹੇ ਕਬੀਰ ਕੀ ਦੇਖੀ ਇੱਕ ਥਾਨਾ। ਕਹਿੰਦੇ ਜੇ ਸਿਕੰਦਰ ਨੇ ਇਸ ਸੰਸਾਰ ਨੂੰ ਜਿੱਤਿਆ, ਹਿੰਦੁਸਤਾਨ ਦੀ ਧਰਤੀ ਨੂੰ ਜਿੱਤਿਆ, ਪਰ ਉਸ ਦੇ ਕੋਲ ਇੱਕ ਨਾਮ ਜਪਣ ਵਾਲਾ ਨਹੀਂ ਜਿੱਤਿਆ ਗਿਆ। ਕਿਉਂਕਿ ਇਸ ਸੰਸਾਰ ਦੇ ਵਿੱਚ ਜਿਹੜੇ ਪਰਮੇਸ਼ਰ ਨਾਲ ਜੁੜਦੇ ਆ ਨਾ, ਭਾਈ ਗੁਰਦਾਸ ਜੀ ਕਵਿਤ ਸਵਾਈਆਂ ਵਿੱਚ ਲਿਖਦੇ ਨੇ, ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾਂ ਚਰਨ ਸ਼ਰਨ ਚਲ ਜਗਤ ਚਲ ਆਵਈ। ਕਹਿੰਦੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਨੂੰ ਆਪਾ ਸਮਰਪਿਤ ਕਰ ਦਿੰਦੇ ਨੇ, ਗੁਰੂ ਵਾਲੇ ਹੋ ਜਾਂਦੇ ਨੇ, ਗੁਰੂ ਵਾਲੇ ਬਣ ਜਾਂਦੇ ਨੇ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾਂ ਚਰਨ ਸ਼ਰਨ ਚਲ ਜਗਤ ਚਲ ਆਵਈ। ਕਹਿੰਦੇ ਉਹਨਾਂ ਦੀ ਸ਼ਰਨ ਵਿੱਚ ਜਗਤ ਆਉਣ ਲੱਗ ਪੈਂਦਾ ਹੈ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾਂ ਚਰਨ ਸ਼ਰਨ ਚਲ ਜਗਤ ਚਲ ਆਵਈ। ਸਤਿਗੁਰ ਆਗਿਆ ਸਤ ਸਤ ਕਰਮਾਨੇ ਸਿੱਖ, ਆਗਿਆ ਤਾਹੇ ਸਕਲ ਸੰਸਾਰੇ ਹਿਤਾਵਈ। ਕਹਿੰਦੇ ਜਿਹੜੇ ਗੁਰੂ ਦੀ ਆਗਿਆ ਵਿੱਚ ਰਹਿੰਦੇ ਨੇ, ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ, ਗੁਰੂ ਦੇ ਹੁਕਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਦੇ ਨੇ, ਕਿਉਂਕਿ ਉਹ ਇਹ ਹੀ ਸਮਝਦੇ ਨੇ ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੇ ਜਾਲੇ। ਉਹ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਬਚਨ ਨੂੰ ਧਾਰਨ ਕਰਦੇ ਨੇ। ਮਹਾਰਾਜ ਕਹਿੰਦੇ ਸਤਿਗੁਰ ਆਗਿਆ ਸਤ ਸਤ ਕਰਮਾਨੇ ਸਿੱਖ, ਆਗਿਆ ਤਾਹੇ ਸਕਲ ਸੰਸਾਰੇ ਹਿਤਾਵਈ। ਕਹਿੰਦੇ ਉਹਨਿਆਂ ਦੀ ਆਗਿਆ ਦੇ ਵਿੱਚ ਫਿਰ ਜਗਤ ਚੱਲਣ ਲੱਗ ਪੈਂਦਾ ਹੈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ, ਤਾਂ ਕਿ ਸੀਖ ਸੁਣਤ ਪਰਮ ਪਦ ਪਾਵਈ। ਕਹਿੰਦੇ ਜਿਹੜੇ ਸਤਿਗੁਰੂ ਜੀ ਦੀ ਸਿੱਖਿਆ ਪ੍ਰਾਪਤ ਕਰ ਲੈਂਦੇ ਆ ਨਾ, ਸਤਿਗੁਰੂ ਜੀ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰ ਲੈਂਦੇ ਨੇ, ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ। ਤਾਂ ਅਗਲਾ ਬਚਨ ਕੀਤਾ ਤਾਂ ਕਿ ਸੀਖ ਸੁਣਤ ਪਰਮ ਪਦ ਪਾਵਈ। ਕਹਿੰਦੇ ਜਿਹੜੇ ਸਿੱਖਿਆ ਨੂੰ ਪ੍ਰਾਪਤ ਕਰਦੇ ਨੇ,
ਉਹਨਾਂ ਦੀ ਸਿੱਖਿਆ ਸੁਣ ਕੇ, ਉਹਨਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਲੋਕ ਇਸ ਭਵਜਲ ਦੇ ਵਿੱਚੋਂ ਪਾਰ ਹੋ ਜਾਂਦੇ ਨੇ। ਜਿਵੇਂ ਬਾਬਾ ਦਲੀਪ ਸਿੰਘ ਜੀ, ਜਿਨ੍ਹਾਂ ਦੀ ਬਰਛੀ ਦੇ ਉਪਲਕਸ਼ ਦੇ ਅੰਦਰ ਅਸੀਂ ਇੱਥੇ ਜੁੜ ਬੈਠੇ ਹਾਂ, ਜਿਨ੍ਹਾਂ ਨੇ ਆਪ ਨਾਮ ਜਪਣਾ ਕੀਤਾ, ਤੇ ਪਿਆਰਿਓ ਜਿਹੜੇ ਜਿਹੜੇ ਇਸ ਦਰ ਦੇ ਉੱਪਰ ਆਏ ਉਹਨਾਂ ਨੂੰ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੋੜਿਆ। ਆਪ ਜੁੜੇ, ਕਿਉਂਕਿ ਸਤਿਗੁਰੂ ਜੀ ਗੁਰਬਾਣੀ ਵਿੱਚ ਕਿਰਪਾ ਕਰਦੇ ਨੇ, ਕਹਿੰਦੇ ਉਹ ਨਗਰ ਭਾਗਾਂ ਵਾਲਾ ਬਣ ਜਾਂਦਾ ਹੈ ਜਿੱਥੇ ਮਹਾਂਪੁਰਖ ਪੈਦਾ ਹੁੰਦੇ ਨੇ। ਧੰਨ ਸੋ ਗਾਓ, ਧੰਨ ਸੋ ਠਾਓ, ਕਹਿੰਦੇ ਉਹ ਥਾਂ ਵੀ ਭਾਗਾਂ ਵਾਲੀ ਬਣ ਜਾਂਦੀ ਹੈ ਜਿਸ ਥਾਂ ਤੇ ਮਹਾਂਪੁਰਖਾਂ ਦਾ ਆਗਮਨ ਹੁੰਦਾ ਹੈ। ਧੰਨ ਸੋ ਗਾਓ, ਧੰਨ ਸੋ ਠਾਓ, ਤਨ ਪੁਨੀਤ ਕੁਟੰਬ ਸਭ ਲੋਏ, ਕਹਿੰਦੇ ਉਹਨਾਂ ਦੀ ਕੁੱਲ, ਉਹਨਾਂ ਦਾ ਕੁਟੰਬ ਸਭ ਕੁਝ ਪਵਿੱਤਰ ਹੋ ਜਾਂਦਾ ਹੈ ਜਿਹੜੇ ਆਪ ਨਾਮ ਜਪਦੇ ਨੇ ਤੇ ਹੋਰਾਂ ਨੂੰ ਨਾਮ ਜਪਾਉਂਦੇ ਨੇ। ਗੁਰਮੁਖੋ, ਇਸ ਨਗਰ ਦੇ ਵਿੱਚ ਬਹੁਤ ਲੋਕ ਹੋਏ ਹੋਣਗੇ। ਜੇ ਅੱਜ ਅਸੀਂ ਜਗਤ ਦੇ ਵਿੱਚ ਦੇਖਣ ਦਾ ਯਤਨ ਕਰੀਏ ਨਾ, ਕੋਈ ਕਿਸੇ ਵਿਅਕਤੀ ਨੂੰ ਪੁੱਛ ਲਈਏ ਕਿ ਤੇਰੇ ਦਾਦੇ ਦਾ ਨਾਮ ਕੀ ਹੈ, ਉਹ ਦੱਸੇਗਾ, ਪਰ ਜੇ ਪੁੱਛੀਏ ਕਿ ਉਹਦੇ ਦਾਦੇ ਦਾ ਨਾਮ ਕੀ ਹੈ ਤੇ ਕੋਈ ਵੀ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਕਿਉਂਕਿ ਅਸੀਂ ਉਹਨਾਂ ਨੂੰ ਕਦੇ ਯਾਦ ਹੀ ਨਹੀਂ ਕਰਦੇ, ਨਾ ਯਾਦ ਕਰਨ ਦਾ ਯਤਨ ਕੀਤਾ ਹੈ। ਕਿਉਂ ਨਹੀਂ ਯਾਦ ਕਰਦੇ? ਕਿਉਂਕਿ ਉਹਨਾਂ ਨੇ ਇਸ ਭਵਜਲ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਕੀਤਾ। ਅਸੀਂ ਮਹਾਂਪੁਰਖਾਂ ਨੂੰ ਕਿੰਨਾ ਸਮਾਂ ਹੋ ਗਿਆ ਸੱਚਖੰਡ ਚਲੇ ਗਿਆ ਨੂੰ, ਪਰ ਆਤਮ ਕਰਕੇ ਮਹਾਂਪੁਰਖ ਅੱਜ ਵੀ ਜਿਉਂਦੇ ਨੇ, ਅੱਜ ਵੀ ਸਾਡੇ ਵਿੱਚ ਨੇ, ਅੱਜ ਵੀ ਵਰਤਦੇ ਨੇ, ਅੱਜ ਵੀ ਸਾਡੇ ਉੱਪਰ ਕਿਰਪਾ ਕਰਦੇ ਨੇ। ਪਿਆਰਿਓ, ਅੱਜ ਵੀ ਮਹਾਂਪੁਰਖ ਆਤਮਾ ਕਰਕੇ ਸਾਡੇ ਵਿੱਚ ਨੇ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਜਿਸ ਸਮੇਂ ਉਹ ਤਨ ਕਰਕੇ ਇਸ ਸੰਸਾਰ ਦੇ ਵਿੱਚ ਮੌਜੂਦ ਸੀ, ਆਪਣੇ ਦਰਸ਼ਨ ਦਿੰਦੇ ਸੀ, ਉਦੋਂ ਵੀ ਅਸੀਂ ਸਤਿਕਾਰ ਕਰਦੇ ਸਾਂ, ਉਦੋਂ ਵੀ ਨਮਸਕਾਰਾਂ ਕਰਦੇ ਸਾਂ, ਉਦੋਂ ਵੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਸਪਰਸ਼ ਕਰਦੇ ਸਾਂ, ਵੰਦਨਾ ਕਰਦੇ ਸਾਂ, ਤੇ ਅੱਜ ਵੀ ਅਸੀਂ ਕਰਦੇ ਹਾਂ। ਕਿਉਂਕਿ ਇਹ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਉਹ ਸਾਰੇ ਇਸ ਸੰਸਾਰ ਦੇ ਵਿੱਚ ਉੱਚੇ ਨੇ। ਅੱਜ ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਯਾਦ ਕਰਦੇ ਹਾਂ, ਭਗਤ ਧਰੂ ਜੀ ਨੂੰ ਯਾਦ ਕਰਦੇ ਹਾਂ, ਭਗਤ ਪ੍ਰਹਿਲਾਦ ਜੀ ਨੂੰ ਯਾਦ ਕਰਦੇ ਹਾਂ। ਯਾਦ ਕਰਨ ਦਾ ਇੱਕ ਹੀ ਕਾਰਨ ਹੈ, ਕਿਉਂਕਿ ਉਹਨਾਂ ਨੇ ਨਾਮ ਜਪਣਾ ਕੀਤਾ ਹੈ। ਜਿਵੇਂ ਪਿਆਰਿਓ ਬਾਬਾ ਦਲੀਪ ਸਿੰਘ ਜੀ ਨੇ ਆਪ ਨਾਮ ਜਪਿਆ, ਹੋਰਾਂ ਨੂੰ ਜਪਾਉਣਾ ਕੀਤਾ, ਇਸੇ ਤਰ੍ਹਾਂ ਉਹਨਾਂ ਦੇ ਖੂਨਹਾਰ ਸੁਪੁੱਤਰ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ, ਉਹ ਵੀ ਆਪ ਜੁੜੇ ਨੇ ਤੇ ਹੋਰਾਂ ਨੂੰ ਜੋੜ ਰਹੇ ਨੇ। ਆਪ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੁੜੇ ਨੇ ਤੇ ਹੋਰਾਂ ਨੂੰ ਉਹ ਜੋੜਨ ਦਾ ਯਤਨ ਕਰਦੇ ਨੇ। ਇਸ ਕਰਕੇ ਪਿਆਰਿਓ, ਅਸੀਂ ਸੰਸਾਰ ਦੇ ਵਿੱਚ ਆਏ ਹਾਂ। ਮਹਾਰਾਜ ਕਹਿੰਦੇ ਇਹ ਦੇਹੀ ਦੁਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਨਾ ਜਾਹੀ ਜਿਨਾ ਬਿਸਰਤ ਨਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਕਹਿੰਦੇ ਨਾਮ ਜਪਣ ਤੋਂ ਬਿਨਾ ਇਹ ਸਰੀਰ ਕਿਸੇ ਵੀ ਕੰਮ ਨਹੀਂ। ਇਸ ਕਰਕੇ ਪਿਆਰਿਓ, ਨਾਮ ਜਪੀਏ, ਨਾਮ ਜਪ ਕੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਈਏ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਬਰੀਆ, ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਇਸ ਭਵਜਲ ਤੋਂ ਪਾਰ ਹੋ ਸਕੀਏ, ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਣ ਦਾ ਯਤਨ ਕਰੀਏ। ਦਿਓ ਅਸੀਸ, ਦਾਸ ਦੇ ਪਾਸੋਂ ਬੇਅੰਤ ਭੱਲਾ ਹੋਈਆਂ ਨੇ, ਅਣਜਾਣ ਸਮਝ ਕੇ ਮਾਫ ਕਰਿਓ। ਦਿਓ ਅਸੀਸ, ਗੁਰੂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।